गर्भ से गालिया गर्भ से गालिया नाओ उला जग फिरे बेतालिया नामो नामो पुला नामो पुला जग फिरे बेतालिया नामो पुला जग फिरे बेतालिया नामो पुला जग फिरे बेतालिया फिरे बेतालिया फिरे बेतालिया आया रतन दीवा बालिया आया रतन दीवा दीवा बालिया दीवा बालिया आया रतन दीवा बालिया आया जोत लगाई नाम तेरे की जोत लगाई जोत लगाई नाम तेरे की जोत लगाई जोत लगाई नाम तेरे की जोत लगाई पयो उजियारो पवन सगला रे जोत लगाई नाम तेरे की जोत लगाई जोत लगाई नाम तेरे की जोत लगाई नाम तेरो आरती भजन मुरारे नाम तेरो आरती भजन मुरारे हर के नाम बिन
नाम तेरो तागा नाम फूल माला नाम तेरो तागा नाम फूल माला पार 18 सगल जुठारे पार 18 सगल जुठारे तेरो पिया तुझे प्यार तेरो पिया तुझे प्यार नाम तेरा ही चवर तुलारे नाम तेरा तू ही चवर तुलारे पयो उजियारो पवन सगलारे नाम तेरे की जोत लगाई नाम तेरे की जोत लगाई दस 8 सठे चारे खानी ये वर्तन है सकल संसार ये वर्तन है सकल संसार कह रविदास नाम तेरो आरती कह रविदास नाम तेरो आरती सात नाम है हर भोग तुहारे सात नाम है हर भोग तुहारे पयो उजियारो पवन सगलारे नाम तेरे की जोत लगाई नाम तेरे की जोत लगाई पयो उजियारो पवन सगलारे जोत लगाई नाम तेरे की जोत लगाई जोत लगाई नाम तेरे की जोत लगाई नाम तेरे की जोत लगाई नाम तेरे की जोत लगाई ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਮੰਨਣ ਵਾਲੀ ਧਿਆਉਣ ਵਾਲੀ ਗੁਰੂ ਨੂੰ ਖਾਲਸਾ ਸਾਧ ਸੰਗਤ ਜੀਓ
ਕਿਰਪਾ ਕਰੋ। ਗੱਜ ਕੇ ਫਤਿਹ ਬੁਲਾਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇਹ ਸਮਾਗਮ ਜਿਹੜੇ ਹਨ ਮਹਾਂਪੁਰਸ਼ਾਂ ਦੀ ਬਰਸੀ ਦੇ ਸੰਬੰਧ ਦੇ ਵਿੱਚ ਜੋ ਵੀ ਚੱਲ ਰਹੇ ਹਨ, ਆਪ ਜੀ ਨੂੰ ਸਾਰਿਆਂ ਨੂੰ ਪਤਾ ਹੈ ਕਿ ਪੰਜਾਬ ਦੇ ਜਿਹੜੇ ਪ੍ਰੋਗਰਾਮ ਸਨ ਸੁੱਤੇ ਸੰਗਤ ਦੇ ਵਿੱਚ ਮਹਾਂਪੁਰਸ਼ਾਂ ਦੀ ਬਰਸੀ ਨੂੰ ਲੈ ਕੇ ਜੁੜੀਕੇ ਹੋਏ ਸਨ, ਉਹ ਉੱਥੋਂ ਸੰਪੂਰਨ ਹੋ ਕੇ ਸੰਗਤਾਂ ਜਿਹੜੀਆਂ ਹਨ ਆਪੋ ਆਪਣੇ ਘਰਾਂ ਨੂੰ ਵਾਪਸ ਜਾ ਚੁੱਕੀਆਂ ਹਨ। ਹੁਣ 2 ਜਨਵਰੀ ਨੂੰ ਉੱਥੇ ਪ੍ਰੋਗਰਾਮ ਹੋਵੇਗਾ ਤੇ ਪੰਜਾਬ ਤੋਂ ਹੋਰ ਵੀ ਜਿਹੜੇ ਦੇਸ਼ਾਂ ਵਿਦੇਸ਼ਾਂ ਤੋਂ ਇੱਧਰੋਂ ਉੱਧਰੋਂ ਸੰਗਤਾਂ ਗਈਆਂ ਹਨ, ਉਹ ਲਗਭਗ 25, 26, 27 ਦੇ ਲਾਗੇ ਛਾਗੇ ਸਾਰੇ ਦਸੰਬਰ ਦੇ ਵਿੱਚ ਪਹੁੰਚ ਜਾਂਦੇ ਹਨ ਉੱਥੇ। ਤੇ 2 ਜਨਵਰੀ ਨੂੰ ਉਹਦੀ ਸਮਾਪਤੀ ਹੁੰਦੀ ਹੈ ਤੇ 31 ਦਸੰਬਰ ਨੂੰ ਉੱਥੇ ਅਖੰਡ ਪਾਠ ਸਾਹਿਬ ਰੱਖੇ ਜਾਂਦੇ ਹਨ। ਸੋ ਦਾਸ ਦੇ ਮਨ ਦੇ ਵਿੱਚ ਇੱਕ ਵਿਚਾਰ ਆਈ ਕਿ ਇਹ ਜਿਹੜੀ ਸਮਾਗਮ ਆਪਾਂ ਕਰ ਰਹੇ ਹਾਂ ਸਾਰੇ ਜਣੇ ਰਲ ਮਿਲ ਕੇ, ਕਿਉਂਕਿ ਜਦੋਂ ਵੀ ਦਾਸ ਭਲਾਈ ਜਾਂਦਾ ਹੈ ਉੱਥੇ ਸਟੇਜ ਦੇ ਉੱਤੇ ਇਹ ਬੇਨਤੀ ਜ਼ਰੂਰ ਕਰਦਾ ਹੈ ਕਿ ਜੇ ਮੈਂ ਕੁਐਸਚਨ ਕਰਾਂ ਆਪਣੇ ਆਪ ਨੂੰ, ਸ਼ਾਇਦ ਤੁਹਾਡਾ ਵੀ ਉੱਤਰ ਜਿਹੜਾ ਹੈ ਉਹ ਮੇਰੇ ਵਰਗਾ ਹੀ ਹੋਵੇਗਾ ਕਿ ਆਪਾਂ ਕਿਹਨਾਂ ਦੇ ਨਾਂ ਜੀ ਇੱਥੇ ਸਟੇਜ ਲਾਉਂਦੇ ਹਾਂ। ਮੇਰਾ ਉੱਤਰ ਇਹ ਬਣ ਜਾਂਦਾ ਹੈ ਕਿ ਇਹ ਮਹਾਂਪੁਰਸ਼ਾਂ ਦੇ ਨਾਂ ਦੀ ਆਪਾਂ ਸਟੇਜ ਲਾਉਂਦੇ ਹਾਂ। ਉਹਦੇ ਤੇ ਕੀਰਤਨ ਹੁੰਦਾ ਹੈ, ਥੋੜ੍ਹੀਆਂ ਬਹੁਤ ਵਿਚਾਰਾਂ ਹੋ ਜਾਂਦੀਆਂ ਹਨ, ਗੁਰਮੰਤਰ ਦਾ ਜਾਪ ਹੁੰਦਾ ਹੈ। ਪਿਛਲੇ ਹਫ਼ਤੇ ਇੱਥੇ ਹੀ ਪ੍ਰੋਗਰਾਮ ਹੋਇਆ ਸੀ, ਉਹਦੇ ਵਿੱਚ ਮੈਂ ਆਪ ਜੀ ਨੂੰ ਕੁਝ ਅਣਸੁਣੀਆਂ ਗੱਲਾਂ ਜਾਂ ਅਣਸੁਣੇ ਬਚਨ ਕਿਉਂ ਕਹਿ ਰਿਹਾ ਹਾਂ ਕਿ ਇਹ ਪੁਸਤਕ ਵਿੱਚ ਲਿਖੇ ਹੋਏ ਨਹੀਂ ਹਨ। ਇਹ ਉਹ ਬਚਨ ਹਨ ਜਿਹੜੇ ਕਿ ਬਾਬਾ ਪੱਡਾ ਜਦੋਂ ਸਰੀਰ ਛੱਡ ਗਿਆ ਸੰਸਾਰ ਤੋਂ ਤਾਂ ਇਹ ਪੁਸਤਕ ਜਿਹੜੀ ਸੀ ਇਹ ਉਹਨਾਂ ਤੋਂ ਬਾਅਦ ਲਿਖੀ ਗਈ ਸੀ। ਮੈਨੂੰ ਇੱਕ ਬਚਨ ਯਾਦ ਆਇਆ, ਮੈਂ ਇੱਥੇ ਜਿੰਦਰ ਨਾਲ ਵੀ ਸਾਂਝਾ ਕੀਤਾ ਸੀ। ਜਦੋਂ ਪੁਸਤਕ ਲਿਖਣ ਦੀ ਗੱਲ ਹੋਈ ਉਦੋਂ ਹਾਲੇ ਲਿਖਣੀ ਸ਼ੁਰੂ ਨਹੀਂ ਸੀ ਹੋਈ। ਬਾਬਾ ਠਾਕਰ ਸਿੰਘ ਜੀ ਨੇ ਬਚਨ ਕੀਤਾ ਸੀ ਕਿ ਮਹਾਂਪੁਰਸ਼ਾਂ ਦੀ ਜੀਵਨੀ ਬਾਰੇ ਜ਼ਰੂਰ ਲਿਖੋ। ਤਾਂ ਉੱਥੇ ਪੱਡੀ ਬੈਠੇ, ਉਦੋਂ ਹਾਲੇ ਪੂਰਾ ਤਪਸਥਾਨ ਬਣਿਆ ਨਹੀਂ ਸੀ, ਇੱਕ ਕਮਰਾ ਹੁੰਦਾ ਸੀ, ਉਹਦੇ ਵਿੱਚ ਬੈਠੇ ਸੀ। ਤਾਂ ਕਿਸੇ ਸਿੰਘ ਨੇ ਬਚਨ ਕੀਤਾ ਵੀ ਬਾਬਾ ਪੱਡਾ ਜੀ ਨੂੰ ਕਿ ਬਾਬਾ ਠਾਕਰ ਸਿੰਘ ਜੀ ਕਹਿੰਦੇ ਹਨ ਕਿ ਉਹਨਾਂ ਦੇ ਜੀਵਨ ਦੇ ਉੱਤੇ ਕੋਈ ਪੁਸਤਕ ਲਿਖੀ ਜਾਵੇ। ਜਿਹੜਾ ਬਾਬੇ ਪੱਡੇ ਨੇ ਉਸਨੇ ਬਚਨ ਕੀਤਾ, ਬਾਬੇ ਪੱਡੇ ਨੇ ਗੱਲ ਕੀਤੀ, ਕਹਿੰਦੇ ਕਿ ਆਹ ਇੱਕ ਜੀਵਨੀ ਜਾਗਦੀ ਪੁਸਤਕ ਤੁਰੀ ਫਿਰਦੀ ਆ, ਇਹਦੇ ਕੋਲੋਂ ਕੋਈ ਵੀ ਤੁਸੀਂ ਬਚਨ ਸੁਣ ਸਕਦੇ ਹੋ ਸਕਦਾ ਵਾ ਹੋਰ ਵੀ ਬਹੁਤ ਸਾਰੇ ਬਚਨ ਹੋਣ, ਜਿੰਨੇ ਕੁ ਮੇਰੇ ਕੋਲ ਹਨ ਉਹਨਾਂ ਵਿੱਚੋਂ ਮੈਂ ਸਾਂਝੇ ਕਰਨ ਦੀ ਆਪ ਜੀ ਨਾਲ ਕੋਸ਼ਿਸ਼ ਕਰਾਂਗਾ। ਜਦੋਂ ਭਲਾਈ ਦੇ ਵਿੱਚ ਸੰਗਤ ਸ਼ੁਰੂ ਹੋਈ, ਮਹਾਂਪੁਰਸ਼ਾਂ ਨੇ ਉੱਥੇ ਜਾ ਕੇ ਕਿੱਦਾਂ ਸੰਗਤ ਨੂੰ ਇਕੱਠਿਆਂ ਕੀਤਾ, ਵਿਧ ਬਣੀ, ਭਾਈ ਕਪੂਰ ਸਿੰਘ ਦੇ ਕੋਲ ਪਹੁੰਚੇ। ਫਿਰ ਅਗਲੀ ਵਿਧ ਬਣੀ ਜਦੋਂ ਬਾਬੇ ਪੱਡੇ ਨੂੰ ਮਿਲਦੇ ਹਨ ਤੇ ਬਾਬਾ ਪੱਡਾ ਫਤਿਹ ਜਾ ਕੇ ਲਾਗਿਓਂ ਦੀ ਲੰਘ ਜਾਂਦਾ ਹੈ ਤੇ ਭਾਈ ਕਪੂਰ ਸਿੰਘ ਨੂੰ ਕਹਿੰਦੇ ਹਨ ਕਿ ਭਾਈ ਫੜ ਲਾ ਇਹਦੀ ਵੀ ਬਾਂਹ, ਇਹ ਵੀ ਆਪਣੇ ਹੀ ਨਾਲ ਦਾ ਹੈ। ਸੋ ਉੱਥੇ ਜਦੋਂ ਇਦਾਂ ਕਰਕੇ ਸੰਗਤ ਦਾ ਜਿਹੜਾ ਰੁਝਾਨ ਵੱਧ ਗਿਆ, ਪਹਿਲਾਂ ਸੰਗਤ ਘਰਾਂ ਵਿੱਚ ਹੁੰਦੀ ਸੀ ਤੇ ਲੰਗਰ ਇੱਕ ਥਾਂ ਬਣਦਾ ਸੀ, ਉਹ ਭਾਈ ਧੰਨਾ ਸਿੰਘ ਦੇ ਘਰ ਬਣਦਾ ਸੀ। ਪ੍ਰੋਗਰਾਮ ਦੀ ਸਮਾਪਤੀ ਤੋਂ ਬਾਅਦ ਸਾਰੇ ਜਣੇ ਇਕੱਠੇ ਹੋ ਕੇ ਜਿੱਥੇ ਲੰਗਰ ਬਣਦਾ ਸੀ ਉੱਥੇ ਚਲੇ ਜਾਂਦੇ ਸੀ, ਲੰਗਰ ਛਕ ਕੇ ਆਪੋ ਆਪਣੇ ਘਰਾਂ ਨੂੰ ਚਲੇ ਜਾਂਦੇ ਸੀ। ਬਾਬਾ ਪੱਡਾ ਤੇ ਨਾਲ ਉਹਨਾਂ ਦੇ 2 ਭਤੀਜੇ ਤਰਸੇਮ ਸਿੰਘ ਤੇ ਨਿਰੰਜਨ ਸਿੰਘ, ਤਾਇਆ ਅਰਜਨ ਸਿੰਘ, ਇਹ ਸਾਰੇ ਇੱਕੇ ਮਕਾਨ ਦੇ ਵਿੱਚ ਰਹਿੰਦੇ ਹੁੰਦੇ ਸਨ। ਬਾਬੇ ਪੱਡੇ ਦੇ ਮਨ ਵਿੱਚ ਵਿਚਾਰ ਹੋਈ ਕਿ ਸੰਗਤ, ਉਹਨਾਂ ਦੀ ਨਿੱਜੀ ਵਿਚਾਰ ਸੀ ਕਿ ਇਹ ਸੰਗਤ ਜਿਹੜੀ ਘਰ ਹੋਣ ਦੀ ਬਜਾਏ ਕਿਉਂ ਨਾ ਇੱਕੇ ਥਾਂ ਤੇ ਕਰ ਲਈ ਜਾਵੇ। ਤਾਂ ਮਹਾਂਪੁਰਸ਼ਾਂ ਨੂੰ ਕਹਿਣ ਲੱਗੇ, ਆਪਾਂ ਜੀ ਹੁਣ ਆਹ ਘਰ ਖਾਲੀ ਆ, ਸਾਡਾ ਘਰ ਇੱਥੇ, ਕਿਉਂ ਨਾ ਆਪਾਂ ਰੋਜ਼ਾਨਾ ਸੰਗਤ ਇੱਥੇ ਹੀ ਕਰ ਲਿਆ ਕਰੀਏ। ਤਾਂ ਮਹਾਂਪੁਰਸ਼ਾਂ ਨੇ ਉਦੋਂ ਬਚਨ ਕੀਤਾ, ਬੜਾ ਗੁੱਝਲ। ਮਹਾਂਪੁਰਸ਼ਾਂ ਦੇ ਬਚਨਾਂ ਦੇ ਪਿੱਛੇ ਨਾ ਗੋਝ ਕਹਾਣੀਆਂ ਬੜੀਆਂ ਹੁੰਦੀਆਂ, ਛੇਤੀ ਕਿਤੇ ਸਮਝ ਵਿੱਚ ਨਹੀਂ ਆਉਂਦੀ। ਕਹਿੰਦੇ ਸੇਵਾ ਕਰ ਲਓਗੇ, ਕਹਿਣ ਤੋਂ ਭਾਵ ਕਿ ਇੱਥੋਂ ਜਿਹੜੀ ਹੈ ਉੱਥੇ ਸਾਸਾਂ ਘਰ ਦੇ ਵਿੱਚ ਜਿਹੜਾ ਕਿ BSP ਦਾ ਭਲਾਈ ਸਟੀਲ ਪਲਾਂਟ ਦਾ ਮਕਾਨ ਸੀ, ਉਹਦੇ ਵਿੱਚ ਸੰਗਤ ਸ਼ੁਰੂ ਹੋ ਗਈ। ਕਿਉਂਕਿ ਇਹ ਬਾਬੇ ਪੱਡੇ ਨੇ ਸੰਗਤ ਮੰਗੀ ਸੀ। ਉਸ ਤੋਂ ਬਾਅਦ ਬਾਬੇ ਪੱਡੇ ਨੂੰ ਜਥੇਦਾਰੀ ਦਿੱਤੀ ਉਹਨਾਂ ਨੇ
ਸੰਗਤ ਦੇ ਕੁਝ ਕਾਨੂੰਨ ਬਣਾ ਕੇ, ਮੇਨ ਗੱਲ ਕਿੱਥੇ ਲਿਆਉਣੀ ਹੈ ਮੈਂ, ਕਿ ਸੰਗਤ ਦੇ ਕੁਝ ਕਾਨੂੰਨ ਬਣਾ ਕੇ ਜਿਹੜੇ ਹਨ ਉਹ ਬਾਬੇ ਪੱਡੇ ਦੇ ਹੱਥ ਵਿੱਚ ਫੜਾ ਦਿੱਤੀ ਹੈ। ਹੁਣ ਆਪਾਂ ਜੇ ਇਸ ਗੱਲ ਨੂੰ ਬੜਾ ਸੀਰੀਅਸਲੀ ਸੋਚੀਏ ਕਿ ਇੱਕ ਫੌਜੀ, ਇੱਕ ਜਿਹਨੇ ਇੰਨੀ ਭਗਤੀ ਕੀਤੀ ਕਿ ਮੋਟੇ ਕਾਨੂੰਨ ਵੀ ਬਣਾ ਕੇ ਕਿਹਨੂੰ ਦਿੰਦੇ ਹਨ, ਉਹ ਵੀ ਅਗਲੇ ਬੰਦੇ ਫੌਜੀ ਹੀ ਹੈ। ਇਹ ਉਹ ਫੌਜੀ ਹੈ ਜਿਹਨੇ ਵਰਲਡ ਵਾਰ ਵੀ ਲੜੀ ਹੈ। ਸੋ ਇੱਕ ਫੌਜੀ ਨੇ ਬਚਨ ਇੰਨੀ ਭਗਤੀ ਕੀਤੀ, ਭਗਤੀ ਕਰਨ ਤੋਂ ਬਾਅਦ ਸੰਗਤ ਦੇ ਕਾਨੂੰਨ ਬਣਾਏ ਤੇ ਸੰਗਤ ਦੇ ਵਿੱਚ ਉਹ ਕਾਨੂੰਨ ਜਿਹੜੇ ਆ ਉਹਨਾਂ ਦੀ ਲਿਸਟ ਜਿਹੜੀ ਉਹ ਬਾਬੇ ਪੱਡੇ ਨੂੰ ਫੜਾ ਦਿੱਤੀ। ਉਹਦੇ ਵਿੱਚ ਕਾਨੂੰਨ ਕੌਣ ਕੀ ਸਨ ਕਿ ਸੰਗਤ ਦੇ ਵਿੱਚ ਪੈਸਾ ਕੌਣ ਦੇ ਸਕਦਾ ਹੈ, ਉਹਦਾ ਇੱਕ ਸਮਾਂ, ਇੱਕ ਟਾਈਮ, ਇੱਕ ਪੀਰੀਅਡ ਜਿਹੜਾ ਉਹ ਤੈਅ ਕਰ ਦਿੱਤਾ ਗਿਆ ਕਿ ਜਿਹੜਾ ਇੰਨੇ ਦਿਨ ਸੰਗਤ ਕਰੇਗਾ ਉਹੀ ਇੱਥੇ ਪੈਸਾ ਦੇ ਸਕਦਾ ਹੈ। ਕਿਉਂਕਿ ਪੈਸਾ ਕਾਹਦੇ ਵਾਸਤੇ ਹੁੰਦਾ ਸੀ? ਜਲ ਪਾਣੀ। ਇਦਾਂ ਨਹੀਂ ਸੀ ਕਿ ਕੋਈ ਚੰਦਾ ਇਕੱਠਾ ਕੀਤਾ ਜਾਂਦਾ, ਕੋਈ ਗਲਤ ਬੰਦੇ ਨਾ ਗੱਲ ਲੈ ਲਿਓ। ਜਲ ਪਾਣੀ ਵਾਸਤੇ ਜੋ ਕੋਈ ਆਪਣੀ ਇੱਛਾ ਦੇ ਨਾਲ ਪੈਸਾ ਮੰਗਿਆ ਕਿਸੇ ਕੋਲੋਂ ਨਹੀਂ ਸੀ ਜਾਂਦਾ। ਇਹ ਵੀ ਮੈਂ ਤੁਹਾਨੂੰ ਕਲੀਅਰ ਗੱਲ ਕਰ ਦਵਾਂ, ਮੰਗਿਆ ਕਿਸੇ ਕੋਲ ਨਹੀਂ, ਕੋਈ ਆਪਣੀ ਇੱਛਾ ਨਾਲ ਦੇਵੇ ਚਾਹੇ ਨਾ ਦੇਵੇ, ਪਰ ਲੈਣਾ ਪੈਸਾ ਉਹਦਾ ਜਿਹਨੇ ਉਹ ਨੀਅਤ ਸਮੇਂ ਦੇ ਕੀਤੇ ਹੋਏ ਦੇ ਮੁਤਾਬਕ ਉਹਨੇ ਸੰਗਤ ਰੈਗੂਲਰ ਕੀਤੀ ਹੋਵੇ। ਇਹਦੇ ਵਿੱਚ ਬਾਬੇ ਪੱਡੇ ਨੂੰ ਕੋਈ ਵਿਘਨ ਵੀ ਪਏ। ਕੋਈ ਰੈਗੂਲਰ ਸੰਗਤ ਦੇ ਬੰਦੇ ਪੰਜਾਬ ਚਲੇ ਜਾਣ, ਕੋਈ ਮਹੀਨੇ ਬਾਅਦ ਆਵੇ, 1.5 ਮਹੀਨੇ ਬਾਅਦ ਆਵੇ, ਤੇ ਜਦੋਂ ਉਹਨਾਂ ਨੇ ਮਾਇਆ ਦੇਣ ਦੀ ਕੋਸ਼ਿਸ਼ ਕੀਤੀ, ਬਾਬੇ ਪੱਡੇ ਨੇ ਉਸੇ ਵੇਲੇ ਕਹਿ ਦਿੱਤਾ, ਭਾਈ ਆਪਣੀ ਡਾਇਰੀ ਕੱਢ ਕੇ ਦੇਖ ਲੈ ਕਿ ਸੰਗਤ ਵਿੱਚ ਤੇਰੀ ਹਾਜ਼ਰੀ ਕਿੰਨੀ ਹੈ। ਇਹਦੇ ਉੱਤੇ ਕੁਝ ਗੱਲਬਾਤ ਹੋਈ, ਬਚਨ ਬਲਾਸ ਹੋਏ। ਇੱਕ ਦਿਨ ਖੁਦਾ ਨਾ ਖਾਸਤਾ ਇੱਦਾਂ ਦੀ ਬਿੱਲ ਬਣ ਗਈ, ਬਾਬਾ ਪੱਡਾ, ਭਾਈ ਕਪੂਰ ਸਿੰਘ ਤੇ ਮਹਾਂਪੁਰਸ਼ ਉਦੋਂ ਭਾਈ ਰਹਿੰਦੇ ਹੁੰਦੇ ਸਨ। ਪਿਛਲੇ ਬੰਨੇ ਜਿਹੜੀ ਸਤਸੰਗ ਦੇ ਸੜਕ ਆ ਉਹ 16 ਨੰਬਰ ਹੈ ਤੇ 15 ਚ ਰਹਿੰਦੇ ਹੁੰਦੇ ਸੀ। ਉੱਥੇ ਇਕੱਠੇ ਹੋ ਗਏ ਅਚਾਨਕ ਸਤਸੰਗ ਘਰ ਦੇ ਪਿਛਲੇ ਬੰਨੇ। ਭਾਈ ਕਪੂਰ ਸਿੰਘ ਸੰਤਾਂ ਨੂੰ ਕਹਿੰਦੇ, ਆ ਜੀ ਕੁਝ ਸਿੰਘ ਜਿਹੜੇ ਹਨ ਬਾਬੇ ਪੱਡੇ ਨੂੰ ਤਕਲੀਫ ਦਿੰਦੇ ਹਨ ਮਾਇਆ ਦੇ ਮਾਮਲੇ ਵਿੱਚ। ਸੰਤਾਂ ਨੇ ਬੜੇ ਖੜਕਵੇਂ ਆਵਾਜ਼ ਦੇ ਵਿੱਚ ਕਿਹਾ ਕਿ ਇਹਨਾਂ ਨੂੰ ਇੱਕ ਭੁਲੇਖਾ ਹੈ ਕਿ ਇਹ ਸੰਗਤ ਬਾਬਾ ਪੱਡਾ ਚਲਾਉਂਦਾ ਹੈ। ਇਹਦੇ ਪਿੱਛੇ ਵੇਖੋ ਕਿੰਨੀ ਗੋਝ ਕਹਾਣੀ ਹੈ ਕਿ ਡਿਊਟੀ ਭਾਵੇਂ ਦਿੱਤੀ ਸੀ ਪਰ ਸੰਗਤ ਨੂੰ ਉਹ ਪਰਮਾਤਮਾ ਆਪ ਹੀ ਚਲਾ ਰਿਹਾ ਸੀਗਾ। ਇਦਾਂ ਕਰਕੇ ਇਹ ਫਿਰ ਇੱਕ ਇਹ ਗੱਲ ਮਹਾਂਪੁਰਸ਼ਾਂ ਨੇ ਬਚਨ ਕਰਨਾ ਕਿ ਇਹ ਮਾਇਆ ਕਿਉਂ ਨਹੀਂ ਲੈਣੀ, ਇਹਦੇ ਪਿੱਛੇ ਕਾਰਨ ਕਿ ਉਹ ਬਣੇ ਹੋਏ ਟਾਈਮ ਦੇ ਮੁਤਾਬਕ ਪਹਿਲਾਂ ਉਹ 15 ਦਿਨ 20 ਦਿਨ ਮਹੀਨਾ ਉਹ ਸੰਗਤ ਵਿੱਚ ਆਵੇ ਤੇ ਬਹਿਣਾ ਸਿੱਖੇ, ਸੰਗਤ ਵਿੱਚ ਵਿਚਰਨਾ ਸਿੱਖੇ। ਦੇਖੋ ਨਵੀਂ ਸੰਗਤ ਦੇ ਮਨ ਦੇ ਵਿੱਚ ਇੱਕ ਪ੍ਰਸ਼ਨ ਪੈਦਾ ਹੋ ਜਾਊ ਕਿ ਕੀ ਮੈਨੂੰ ਬਹਿਣਾ ਹੀ ਨਹੀਂ ਆਉਂਦਾ, ਜਾਂ ਕੀ ਮੈਂ ਚੌਂਕੜੀ ਨਹੀਂ ਸੰਗਤ 'ਚ ਮਾਰ ਸਕਦਾ। ਕਿੱਡਾ ਗੋਹਜ ਕੁਐਸਚਨ ਹੈ, ਲੌਜਿਕ ਹੈ ਇਸ ਬਚਨ ਦੇ ਪਿੱਛੇ। ਇਹ ਲੌਜਿਕ ਕੀ ਹੈ? ਹੋ ਸਕਦਾ ਕਿ ਤੁਸੀਂ ਮੇਰੇ ਨਾਲੋਂ ਹੋਰ ਵਧੀਆ ਲੌਜਿਕ ਲੱਭ ਲਵੋ, ਪਰ ਦਾਸ ਨੂੰ ਜਿਹੜੇ 2-4 ਲੌਜਿਕ ਸਮਝ ਵਿੱਚ ਆਏ ਹਨ ਉਹ ਇਹੋ ਹੀ ਹਨ ਕਿ ਸੰਗਤ ਵਿੱਚ ਬਹਿ ਕੇ ਬਹਿਣਾ ਕਿੱਦਾਂ ਹੈ, ਸਿੱਖਣਾ ਕਿੱਦਾਂ ਹੈ, ਉੱਠਣਾ ਕਿੱਦਾਂ ਹੈ, ਸੰਗਤ ਵਿੱਚ ਵਿਚਰਨਾ ਕਿੱਦਾਂ ਹੈ। ਕਿ ਸੰਗਤ ਦੇ ਵਿੱਚ ਜਦੋਂ ਬਹਿਣਾ ਹੈ ਉਹ ਸਭ ਤੋਂ ਪਹਿਲੀ ਗੱਲ ਕਿ ਆਪਸ ਵਿੱਚ ਗੱਲਾਂ ਨਹੀਂ ਕਰਨੀਆਂ। ਤੇ ਕੰਮ ਕੀ ਕਰਨਾ ਹੈ? ਫਿਰ ਵਾਹਿਗੁਰੂ ਸ਼ਬਦ ਦੇ ਨਾਲ ਜੁੜਨਾ ਹੈ। ਇਹ ਮੇਰੇ ਸਮਝ ਵਿੱਚ ਇਹੋ ਹੀ ਲੌਜਿਕ ਆਇਆ ਹੈ। ਦੇਖੋ ਕਿੱਡਾ ਵੱਡਾ ਮਹਾਂਪੁਰਸ਼ਾਂ ਦੇ ਇੱਕ ਨਿਗਾਹ ਜਿਹਾ ਬਚਨ ਹੈ ਕਿ ਪਹਿਲਾਂ ਬਹਿਣਾ ਸਿੱਖੇ। ਸੋਚਣ ਵਾਲੀ ਗੱਲ ਹੈ ਕਿ ਸੰਸਾਰੀ ਬੰਦਾ ਇਹ ਸੋਚੂ ਕਿ ਮੈਨੂੰ ਬਹਿਣਾ ਹੀ ਨਹੀਂ ਆਉਂਦਾ, ਪਰ ਵੇਖੋ ਇਹਦੇ ਪਿੱਛੇ ਲੌਜਿਕ ਕੀ ਹੈ ਕਿ ਉਹ ਸੰਗਤ ਦੇ ਵਿੱਚ ਆ ਕੇ ਗੱਲਾਂ ਹੀ ਨਾ ਕਰਨ ਲੱਗ ਪਏ, ਸਗੋਂ ਵਾਹਿਗੁਰੂ ਦਾ ਸ਼ਬਦ ਦਾ ਜਾਪ ਕਰੇ, ਸੰਗਤ ਦੇ ਨਾਲ ਕੀਰਤਨ ਦੇ ਨਾਲ ਜੁੜੇ। ਸੋ ਇਦਾਂ ਦੇ ਬਚਨ ਸਨ। ਸੋਰ ਇੱਕ ਗੱਲ ਹੋਰ, ਇਹ ਅਕਸਰ ਬਾਬਾ ਪੱਡਾ ਬਚਨ ਕਰਿਆ ਕਰਦਾ ਸੀ। ਮੈਨੂੰ ਪਤਾ ਨਹੀਂ, ਸਮਝ ਵਿੱਚ ਨਹੀਂ ਕਈ ਵਾਰੀ ਆਉਂਦਾ ਉਹਨਾਂ ਦੇ ਮਨ ਵਿੱਚ ਕੀ ਵਿਚਾਰ ਆਉਂਦੀ ਸੀ ਕਿ ਛੋਟੀ ਉਮਰ ਵਿੱਚ ਹੀ ਉਹ ਕਿਉਂ ਬਚਨ ਕਰਦੇ ਸਨ। ਪਰ ਹੁਣ ਹੌਲੀ ਹੌਲੀ ਸਮਝ ਵਿੱਚ ਆਉਂਦਾ ਹੈ ਕਿ ਸ਼ਾਇਦ ਸਮੇਂ ਦੇ ਮੁਤਾਬਕ ਇਹਨਾਂ ਦੀ ਬਚਨਾਂ ਦੀ ਜ਼ਰੂਰਤ ਪੈਣੀ ਸੀ ਸੰਗਤ ਨੂੰ ਸੁਣਾਉਣ ਵਾਸਤੇ। ਜਦੋਂ ਘਰੋਂ ਤੁਰਨਾ ਉਦੋਂ 8 ਤੋਂ 10 ਸੰਗਤ ਹੁੰਦੀ ਸੀ 2 ਘੰਟੇ ਵਾਸਤੇ।
ਇਹ ਗੱਲ ਕਰਨੀ, ਇਹ ਬਚਨ ਕਰਨਾ ਕਿ ਜਦੋਂ ਘਰੋਂ ਤੁਰਨਾ ਹੈ ਉਦੋਂ ਵਾਹਿਗੁਰੂ ਸ਼ਬਦ ਦਾ ਜਾਪ ਸ਼ੁਰੂ ਕਰ ਦੇਣਾ। ਸੰਗਤ ਪਹੁੰਚਣ ਤੱਕ 15 ਕੁ ਮਿੰਟ 20 ਕੁ ਮਿੰਟ ਇਦਾਂ ਸੰਗਤਾਂ ਲਾਗੇ ਰਹਿੰਦੀਆਂ ਸਨ, 15-20 ਮਿੰਟ ਲੱਗ ਜਾਂਦੇ ਸਨ। ਫਿਰ ਸੰਗਤ ਦੇ ਵਿੱਚ ਗੁਰਮੰਤਰ ਦਾ ਜਾਪ 15 ਮਿੰਟ ਹੋਣਾ। ਫਿਰ ਸੰਗਤ ਨੇ ਜਦੋਂ ਘਰਾਂ ਨੂੰ ਵਾਪਸ ਜਾਣਾ, ਇਹ ਬੇਨਤੀ ਹੋਣੀ ਕਿ 15 ਮਿੰਟ ਹੁਣ ਤੁਸੀਂ ਆਪਣੇ ਘਰਾਂ ਨੂੰ ਜਾਣਾ, ਰਾਹ ਵਿੱਚ ਜਾਂਦੇ ਜਾਂਦੇ ਤੁਸੀਂ ਆਪਣਾ ਗੁਰਮੰਤਰ ਜਿੱਦਾਂ ਇੱਥੇ ਜੁੜੇ ਉੱਦਾਂ ਜੁੜੇ ਆਪਣੇ ਗੁਰਮੰਤਰ ਦੇ ਨਾਲ ਘਰ ਨੂੰ ਚਲੇ ਜਾਣਾ। ਦਾਸ ਨੇ ਇਹਦੀ ਕੈਲਕੂਲੇਸ਼ਨ ਕਰਕੇ ਦੇਖੀ, ਇਹ 45 ਮਿੰਟ ਬਣਦੇ ਹਨ। 45 ਮਿੰਟ ਬਣਦੇ ਹਨ, ਭਲਈ ਤੇ ਰੋਜ਼ਾਨਾ ਹੀ 45 ਮਿੰਟ ਬਣ ਜਾਂਦੇ ਹਨ। ਪਰ ਇੱਥੇ ਚਲੋ ਆਪਾਂ ਕੰਮਾਂ ਕਾਰਾਂ ਦੇ ਵਿੱਚ ਸਾਡੇ ਕੋਲ ਸਿਰਫ 45 ਮਿੰਟ ਹਫ਼ਤੇ ਵਿੱਚ ਇੱਕ ਵਾਰੀ ਬਣਦੇ ਹਨ। ਪਰ ਨਹੀਂ ਕਰਨ ਨਾਲੋਂ ਤਾਂ ਬਹੁਤ ਚੰਗਾ ਵਾ ਨਾ, ਜਿਹੜੇ ਮੇਰੇ ਵਰਗੇ ਨਹੀਂ ਕਰ ਸਕਦੇ। ਪਰ ਮਹਾਂਪੁਰਸ਼ਾਂ ਨੇ ਦੇਖੋ ਪਹਿਲਾਂ ਕਿੱਦਾਂ ਚਾਰਟ ਕਿੱਦਾਂ ਲਾਈ ਆ ਸੰਗਤ ਦੇ ਵਿੱਚ। ਚਲੋ ਭਾਈ 15 ਮਿੰਟ ਹੀ ਗੁਰਮੰਤਰ ਕਰ ਲਿਆ ਕਰੋ। ਉਸੇ 15 ਮਿੰਟ ਗੁਰਮੰਤਰ ਨੇ ਪਤਾ ਨਹੀਂ ਖਿੱਚ ਕੇ ਕਿੱਥੇ ਦੀ ਕਿੱਥੇ ਉਹ ਜੀਵਨ ਨੂੰ ਲੈ ਜਾਣਾ ਵਾ। ਇਹ ਚਾਰਟ ਲਾਉਣ ਦਾ ਉਹਨਾਂ ਦਾ ਇੱਕ ਤਰੀਕਾ ਸੀ, ਜਿੱਦਾਂ ਬੱਚੇ ਨੂੰ ਚਾਕਲੇਟ ਦੇ ਕੇ ਆਪਾਂ ਕਿਸੇ ਕੰਮ ਲੈਣਾ ਹੋਵੇ, ਚੱਲ ਤੈਨੂੰ ਮੈਂ ਫਲਾਨੀ ਚੀਜ਼ ਦਊਂਗਾ, ਤੂੰ ਮੇਰਾ ਆਹ ਕੰਮ ਕਰ ਦੇ। ਕਿੱਡੀ ਵੱਡੀ ਇਹਦੇ ਪਿੱਛੇ ਲੌਜਿਕ ਹੈ, ਕਿੱਡਾ ਵੱਡਾ ਇੱਕ ਇਹ ਗੋਝ ਕੁਐਸਚਨ ਹੈ। ਸੋ ਹੁਣ ਦਾਸ ਸੇਵਾ ਦਾ ਜਾਚਕ ਵੀ ਹੈ। ਮੇਰੀ ਹਮੇਸ਼ਾ ਇਹ ਕੋਸ਼ਿਸ਼ ਹੁੰਦੀ ਹੈ ਕਿ ਬੇਨਤੀ ਕਰਨ ਤੋਂ ਪਹਿਲਾਂ ਮੈਂ ਜੋਗਿੰਦਰਪਾਲ ਦੇ ਨਾਲ ਜ਼ਰੂਰ ਇਹ ਬਚਨ ਸਾਂਝਾ ਕਰਾਂ, ਪਰ ਇਹ ਕੰਮ ਤੇ ਲੇਟ ਹੋ ਜਾਣ ਕਰਕੇ ਕਈ ਵਾਰੀ ਮੈਂ ਤੇਜਿੰਦਰ ਦੇ ਨਾਲ ਹੀ ਬਚਨ ਸਾਂਝਾ ਕਰ ਲੈਣਾ ਹਾਂ। ਮੈਂ ਇਸ ਗੱਲ ਵਾਸਤੇ ਖਿਮਾ ਦਾ ਜਾਚਕ ਵੀ ਹਾਂ। ਸਿਰਫ ਮੇਰੇ ਮਨ ਦੇ ਵਿੱਚ ਇਹ ਜਜ਼ਬਾ ਹੀ ਉੱਠਦਾ ਹੈ ਕਿ ਇਹ ਮਹਾਂਪੁਰਸ਼ਾਂ ਦੇ ਨਾਂ ਦੀ ਸਟੇਜ ਜਦੋਂ ਲੱਗਦੀ ਹੈ ਤੇ ਮਹਾਂਪੁਰਸ਼ਾਂ ਦੇ ਬਚਨ ਵੀ ਆਪਾਂ ਨੂੰ ਇੱਕ ਦੂਜੇ ਨੂੰ ਸੁਣਾਉਣੇ ਚਾਹੀਦੇ ਹਨ। ਜੇ ਕੋਈ ਹੋਰ ਵੀ ਚਾਹੇ ਸੁਣਾਉਣਾ ਤੇ ਕਿਸੇ ਵਾਸਤੇ ਰੁਕਾਵਟ ਨਹੀਂ, ਉਹ ਇੱਥੇ ਸੁਣਾ ਵੀ ਸਕਦਾ ਹੈ। ਨਾਲ ਇਹ ਵੀ ਬੇਨਤੀ ਹੈ ਕਿ ਪਿਛਲੀ ਵਾਰੀ ਗੁਰਮੰਤਰ ਬਾਰੇ ਦਾਸ ਨੇ ਆਪ ਜੀ ਨਾਲ ਅਣਸੁਣਿਆ ਬਚਨ ਸਾਂਝਾ ਕੀਤਾ ਸੀ। ਸੋ ਅੱਜ ਵੀ ਆਪਾਂ ਉਸੇ ਤਰ੍ਹਾਂ ਫਿਰ ਜਦੋਂ ਤੇਜਿੰਦਰ ਗੁਰਮੰਤਰ ਦਾ ਜਾਪ ਕਰੇਗੀ, ਉਹਦੇ ਨਾਲ ਨਾ ਬੋਲ ਕੇ ਉਹਦੇ ਪਿੱਛੇ ਬੋਲਣਾ ਹੈ। ਤੁਸੀਂ ਦੇਖਿਓ ਜਦੋਂ ਰਾਗੀ ਇੱਕ ਵਾਰੀ ਬੋਲ ਲੈਂਦਾ ਹੈ ਸਥਾਈ, ਉਸ ਤੋਂ ਬਾਅਦ ਸੰਗਤ ਪਿੱਛੇ ਬੋਲੇ ਤਾਂ ਇਦਾਂ ਹੀ ਲੱਗਦਾ ਹੈ ਕਿ ਹੜ ਆ ਗਿਆ ਹੈ ਗੁਰਮੰਤਰ ਦਾ। ਸੋ ਅੱਜ ਆਪਾਂ ਗੁਰਮੰਤਰ ਉਸੇ ਤਰ੍ਹਾਂ ਜੋ ਪਿਛਲੀ ਵਾਰੀ ਆਪ ਜੀ ਨੂੰ ਬੇਨਤੀ ਕੀਤੀ ਸੀ ਉਸੇ ਤਰ੍ਹਾਂ ਹੀ ਕਰਨ ਦੀ ਕੋਸ਼ਿਸ਼ ਕਰਨੀ ਹੈ। ਸੋ ਹੋਈਆਂ ਦਾਸ ਕੋਲੋਂ ਬਿਆੰਤ ਭੁੱਲਾਂ ਚੁੱਕਾਂ ਦੀਆਂ ਮਾਫੀਆਂ ਬਖਸ਼ਿਸ਼ ਕਰਨੀਆਂ ਜਜ਼ਬਾਤ ਦੇ ਵਿੱਚ ਆ ਕੇ, ਕਿਉਂਕਿ ਇਹ ਗੱਲਾਂ ਜਦੋਂ ਬਚਨ ਸੁਣੀਦੇ ਹਨ ਤੇ ਕਈ ਵਾਰੀ ਇਹ ਮਨ ਵਿੱਚ ਇੱਛਾ ਇਸੇ ਕਰਕੇ ਪੈਦਾ ਹੁੰਦੀ ਹੈ ਕਿ ਜਿੱਥੇ ਮਹਾਂਪੁਰਸ਼ਾਂ ਦਾ ਨਾਂ ਆਉਂਦਾ ਹੈ। ਮੈਂ ਇੱਕ ਵਾਰੀ ਚਮਕੌਰ ਸਿੰਘ ਤੇ ਮੈਂ ਇੱਕ ਥਾਂ ਕਿਤੇ ਵਾਂਢੇ ਚਲ ਗਿਆ, ਸਾਡੇ ਨਾਲ ਹੋਰ ਸਿੰਘ ਸਨ। ਉਹ ਮੈਨੂੰ ਘਰੋਂ ਆ ਕੇ ਲੈ ਗਿਆ ਤੇ ਉੱਥੇ ਜਾ ਕੇ ਜਿਹੜਾ ਬੰਦਾ ਸਾਨੂੰ ਨਾਲ ਲੈ ਕੇ ਗਿਆ, ਤੀਜਾ ਬੰਦਾ, ਉੱਥੇ ਆਪਣੇ ਯਾਰਾਂ ਦੋਸਤਾਂ ਦੇ ਨਾਲ ਦੂਸਰੀਆਂ ਗੱਲਾਂ ਕਰਨ ਲੱਗ ਪਿਆ। ਚਮਕੌਰ ਮੈਨੂੰ ਕਹਿੰਦਾ, ਯਾਰ ਆਪਾਂ ਚੰਗੇ ਫਸ ਗਏ, ਮਤਲਬ ਕਿ ਮਹਾਂਪੁਰਸ਼ਾਂ ਦੀ ਜਿੱਥੇ ਗੱਲ ਹੁੰਦੀ ਉੱਥੇ ਚੰਗੀ ਲੱਗਦੀ ਆ। ਸੋ ਜਦੋਂ ਮਹਾਂਪੁਰਸ਼ਾਂ ਦੀ ਗੱਲ ਕਰੀਦੀ ਆ ਜਾਂ ਸੁਣੀਦੀ ਆ ਤਾਂ ਇੱਕ ਨਸ਼ਾ ਜਿਹਾ ਆ ਜਾਂਦਾ ਹੈ। ਭਾਈ ਬਚਨ ਸਿੰਘ ਦੇ ਨਾਲ ਵੀ ਮੈਂ ਇੱਕ ਵਾਰੀ ਬਚਨ ਸਾਂਝਾ ਕੀਤਾ ਸੀ, ਮਤਲਬ ਉਹਨਾਂ ਨੂੰ ਪੁੱਛਿਆ ਸੀ, ਉਹ ਕਹਿੰਦੇ ਭਾਈ ਪਤਾ ਹੀ ਨਹੀਂ ਲੱਗਦਾ ਕਿ ਉਹ ਟਾਈਮ ਕਿਹੜਾ ਸੀ ਕਿ ਉਹ ਨਸ਼ਾ ਹੀ ਹਾਲੇ ਤੱਕ ਜ਼ਿੰਦਗੀ ਵਿੱਚ ਲਈ ਤੁਰਿਆ ਫਿਰਨ ਡਿਆ ਵਾ। ਸੋ ਇਹੀਆਂ ਭੁੱਲਾਂ ਚੁੱਕਾਂ ਦੀਆਂ ਮਾਫੀਆਂ ਬਖਸ਼ਿਸ਼ ਕਰੋ ਜੀ। ਫਤਿਹ ਦਾ ਜਵਾਬ ਫਤਿਹ ਦੇਣ ਦੀ ਕਿਰਪਾਲਤਾ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
भयो उजियारो पवन सगलारे सतगुर शबद उजारो दीपा सतगुर शबद उजारो दीपा सतगुर शबद उजारो दीपा सतगुर शबद उजारो दीपा बिन सियावंत करते मंदर बिन सियावंत करते मंदर रतन कोठड़ी खुलिया रूपा रतन कोठड़ी खुलिया रूपा बिस्मन बिस्म आए जो फेंको बिस्मन बिस्म आए जो फेंको कहन न जाए वडियाई कहन न जाए वडियाई कहन न जाए वडियाई कहन न जाए वडियाई मगन पए भूहा संग माते मगन पए भूहा संग माते ओत पोत लपटाई ओत पोत लपटाई सतगुर शबद उजारो दीपा सतगुर शबद उजारो दीपा बिन सियावंत करते मंदर बिन सियावंत करते मंदर
ਜਪ ਵਾਹਿਗੁਰੂ ਜਪ ਵਾਹਿਗੁਰੂ ਜਪ ਵਾਹਿਗੁਰੂ ਜਪ
Thank you.